ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਸਟਾਕ ਮਾਰਕੀਟ ਇੱਕ ਵਾਰੀ ਫੇਰ ਸਿੱਧੀ ਖੂਹ ਵਿੱਚ ਡਿੱਗਦੀ ਨਜ਼ਰ ਆ ਰਹੀ ਆ। ਡਾਓ ਜੋਨ ਇੰਡਸਟਰੀਅਲ ਹੁਣ ਤੱਕ ਜਦੋਂ ਦੀ ਸਟਾਕ ਮਾਰਕੀਟ ਖੁੱਲੀ ਹੈਗੀ ਆ 801 ਪੁਆਇੰਟ ਥੱਲੇ ਜਾ ਚੁੱਕਾ ਆ। S&P ਇੰਡੈਕਸ 108.01 ਤੇ ਨੈਸਡੈਕ 405.09 ਡਾਊਨ ਜਾ ਚੁੱਕਾ ਹੈਗਾ ਆ। ਸੋ ਨੈਸਡੈਕ 3.38% ਡਾਊਨ ਚਲੇ ਗਏ ਆ। ਮੇਨ ਰੀਜ਼ਨ ਇਹਦਾ ਇਹ ਹੋਇਆ ਵੀ ਨਵੀਂ ਜਿਹੜੀ ਰਿਪੋਰਟਸ ਆਈਆਂ ਹੈਗੀਆਂ ਆ ਖਾਸ ਕਰਕੇ ਟਾਰਗੇਟ ਨੂੰ 20% ਟਾਰਗੇਟ ਦਾ ਸਟਾਕ ਡਾਊਨ ਗਿਆ ਕਿਉਂਕਿ ਉਹਨੇ ਜਿਹੜੀ ਫੋਰਕਾਸਟ ਸੀਗੀ ਵੀ ਕਿੰਨੀ ਪ੍ਰੋਫਿਟ ਹੋਣਾ ਉਹ ਬਹੁਤ ਘੱਟ ਹੋਇਆ 20% ਦੇ ਕਰੀਬ ਘੱਟ ਹੋਇਆ। ਇਸੇ ਤਰ੍ਹਾਂ ਮੇਸੀ ਦਾ ਵੀ ਇਹ ਸਾਰਾ ਕੁਝ ਇਹਦੇ ਉੱਤੇ ਅਸਰ ਹੋਇਆ ਜਿਹਦੇ ਨਾਲ ਅੱਜ ਸੈਲ ਆਫ ਚੱਲ ਰਿਹਾ। ਬਹੁਤ ਜ਼ਿਆਦਾ ਡਾਓ ਜੋਨ ਇੰਡਸਟਰੀਅਲ ਤੇ ਨੈਸਡੈਕ ਥੱਲੇ ਜਾ ਰਹੇ ਹੈਗੇ ਆ। ਵਾਲਮਾਰਟ ਨੇ ਵੀ ਵਾਰਨਿੰਗ ਦਿੱਤੀ ਆ ਕਿਉਂਕਿ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਜੀ ਵਾਲਮਾਰਟ ਨੇ ਵੀ ਬਿਲੀਅਨਸ ਆਫ ਡਾਲਰ ਲੂਜ਼ ਕੀਤੇ ਆ। ਯੂਐਸ ਰੈਡੀ ਆ ਰਸ਼ੀਅਨ ਡੈਪ ਪੇਮੈਂਟਸ ਨੂੰ ਬਲੌਕ ਕਰਨ ਦੇ ਲਈ। ਇਹਦੇ ਨਾਲ ਡਿਫਾਲਟ ਔਰਸ ਉੱਪਰ ਨੂੰ ਜਾਣਗੇ। ਐਲੋਨ ਮਸਕ ਦੇ ਕੋਲ ਵੀ ਬਿਗਰ ਪ੍ਰੋਬਲਮ ਆ ਟਵਿੱਟਰ ਦੇ ਬੋਟਸ ਨੂੰ ਲੈ ਕੇ। ਕਹਿੰਦੇ ਪਏ ਸਿੰਗਾਪੁਰ ਦਾ ਬਹੁਤ ਹੀ ਅਮੀਰ ਬੰਦਾ ਸਿੰਗਾਪੁਰ ਟਾਈਕੂਨ ਕਰਕੇ ਉਹਨੂੰ ਜਾਣਿਆ ਜਾਂਦਾ ਆ। ਉਸ ਨੇ ਵੀ 80% ਦੇ ਕਰੀਬ ਆਪਣੀ ਫੋਰਚੂਨ ਪਿਛਲੇ ਦਿਨਾਂ ਦੇ ਵਿੱਚ ਲੂਜ਼ ਕੀਤੀ ਹੈਗੀ ਆ। ਫੋਰੈਸਟ ਲੀ ਨਾਮ ਦਾ ਇਹ ਬੰਦਾ ਦੁਨੀਆ ਦੇ 500 ਅਮੀਰ ਬੰਦਿਆਂ ਵਿੱਚੋਂ ਗਿਣਿਆ ਜਾਂਦਾ ਹੈ। ਵੈਲਸ ਫਾਰਗੋ ਦਾ CEO ਚੇਤਾਵਨੀ ਦੇ ਰਿਹਾ ਵੀ ਯੂਐਸ ਦੀ ਇਕਨੋਮੀ ਡਾਊਨ ਟਰਨ ਵੱਲ ਨੂੰ ਵੱਧ ਰਹੀ ਆ। ਜਦ ਉਹਨਾਂ ਨੂੰ ਇਸ ਦੇ ਬਾਰੇ ਸਵਾਲ ਪੁੱਛਿਆ ਗਿਆ ਕਹਿੰਦੇ ਵੀ ਇਸ ਦੇ ਵਿੱਚ ਹੁਣ ਕੋਈ ਸਵਾਲ ਰਹਿ ਹੀ ਨਹੀਂ ਗਿਆ। ਰਿਸੈਸ਼ਨ ਕਹਿੰਦੇ ਵੀ ਮਾਈਲਡ ਹੋ ਸਕਦਾ ਆ। ਉਸ ਦੇ ਪਿੱਛੇ ਕਾਰਨ ਇਹ ਆ ਵੀ ਜਿਹੜੇ ਕੰਜ਼ਿਊਮਰ ਆ ਅਜੇ ਵੀ ਸਪੈਂਡਿੰਗ ਕਰ ਰਹੇ ਹੈਗੇ ਆ। ਸੋ ਬਾਰ-ਬਾਰ ਹਰਜੋਤ ਸਿੰਘ ਜੀ ਯੂਐਸ ਇਕਨੋਮੀ ਤੇ ਰਿਸੈਸ਼ਨ ਇੱਕੋ ਹੀ ਸੈਂਟੈਂਸ ਦੇ ਵਿੱਚ ਹੁਣ ਦੇਖਣ ਨੂੰ ਮਿਲ ਰਹੇ ਆ, ਇੱਕੋ ਹੀ ਵਾਕ ਦੇ ਵਿੱਚ ਆ ਰਹੇ ਆ। ਸੋ ਕੋਈ ਬਹੁਤਾ ਚੰਗੀ ਜਿਹੜੇ ਆ ਉਹ ਸੰਕੇਤ ਨਹੀਂ ਹੁੰਦੇ। ਸੋ ਕਹਿੰਦੇ ਵੀ ਇਹ ਕਾਫੀ ਉਹਨਾਂ ਦਾ ਮੁਸ਼ਕਿਲ ਹੋਊਗਾ। ਵਾਲ ਸਟਰੀਟ ਜਰਨਲ ਦੀ ਇੱਕ ਇਵੈਂਟ ਦੇ ਵਿੱਚ ਗੱਲ ਕਰਦੇ ਹੋਏ ਜਿਹੜੇ ਚਾਰਲਸ ਸ਼ਾਰਫ ਹੈਗੇ ਨੇ CEO ਨੇ ਵੈਲਸ ਫਾਰਗੋ ਬੈਂਕ ਦੇ, ਉਹਨਾਂ ਨੇ ਕਿਹਾ ਵੀ ਇਹ ਬਹੁਤ ਮੁਸ਼ਕਿਲ ਹੋਊਗਾ ਵੀ ਕਿਸੇ ਨਾ ਕਿਸੇ ਤਰੀਕੇ ਦੀ ਰਿਸੈਸ਼ਨ ਤੋਂ ਜਿਹੜਾ ਉਹ ਬਚਿਆ ਜਾਵੇ ਜਾਂ ਉਸ ਤੋਂ ਆਪਾਂ ਬਚ ਜਾਈਏ। ਸੋ ਇਹ ਕਹਿੰਦੇ ਵੀ ਮੁਸ਼ਕਿਲ ਜਿਹੜੀ ਉਹ ਆਊਗੀ। ਅਗਲੇ ਮਹੀਨੇ ਇੱਕ ਵਾਰੀ ਫੇਰ ਫੈਡ ਨੇ ਜਿਹੜਾ ਉਹ ਮਿਲਣਾ ਆ ਤੇ ਇਸ ਵਾਰ ਵੀ ਜਿਹੜੇ ਘੱਟੋ ਘੱਟ ਲੱਗ ਰਿਹਾ ਵੀ 50 ਬੇਸਿਸ ਪੁਆਇੰਟ ਦੇ ਨਾਲ ਇਨਕਰੀਜ਼ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇੱਕ ਦਿਨ ਪਹਿਲੋਂ ਤਾਂ ਇਹਨਾਂ ਨੇ 75 ਬੇਸਿਸ ਪੁਆਇੰਟ ਵਧਾਉਣ ਤੋਂ ਨਾ ਕਰ ਦਿੱਤੀ ਸੀ ਫੈਡ ਦੇ ਜਿਹੜੇ ਚੇਅਰਮੈਨ ਨੇ, ਬਸ ਉਸੇ ਹੀ ਗੱਲਬਾਤ ਦੇ ਵਿੱਚ ਅਖੀਰ ਤੱਕ ਜਾਂਦਿਆਂ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਇਸ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਤੇ ਰਿਸੈਸ਼ਨ 'ਚ ਨਾ ਜਾਇਆ ਜਾਵੇ, ਇਸ ਦੇ ਲਈ ਜਿਹੜਾ ਵੀ ਕਦਮ ਚੱਕਣਾ ਪਿਆ ਉਹ ਚੱਕਣ ਦੇ ਲਈ ਅਸੀਂ ਤਿਆਰ ਹਾਂ। ਸੋ ਇੱਕ ਟਾਈਮ ਦੇ ਉੱਤੇ ਕਹਿ ਸਕਦੇ ਵੀ ਇਸ ਗੱਲਬਾਤ ਤੋਂ ਬਾਅਦ 'ਚ 75 ਬੇਸਿਸ ਪੁਆਇੰਟ ਦਾ ਵਾਧਾ ਹੋਣਾ ਇੰਟਰਸਟ ਰੇਟ ਦੇ ਵਿੱਚ ਉਹ ਆ ਸਕਦਾ ਆ। ਮਨਾ ਜ਼ਰੂਰ ਉਹਨਾਂ ਨੇ ਕੀਤਾ ਆ ਪਰ ਕਹਿੰਦੇ ਵੀ ਕੁਛ ਵੀ ਕਰਨ ਨੂੰ ਤਿਆਰ ਆ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਆ ਉਹ ਹੁਣ ਇਹ ਦਾਅਵਾ ਕਰ ਰਹੇ ਆ ਵੀ ਫੈਡ ਨੇ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਬਹੁਤ ਦੇਰੀ ਕਰ ਦਿੱਤੀ। ਜਿਹੜੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਇਹਨਾਂ ਨੇ ਕੀਤੇ ਆ ਉਸ ਨੂੰ ਇਹਨਾਂ ਨੇ ਕਾਫੀ ਦੇਰੀ ਦੇ ਨਾਲ ਵਧਾਇਆ ਆ। ਇਹ ਪ੍ਰੋਐਕਟਿਵਲੀ ਇਹਨਾਂ ਨੇ ਕੰਮ ਜਿਹੜਾ ਉਹ ਨਹੀਂ ਕੀਤਾ। ਫੈਡ ਦੇ ਜਿਹੜੇ ਚੇਅਰਮੈਨ ਜਰੋਮ ਪਾਵਲ ਆ ਉਹਨਾਂ ਨੇ ਇਹ ਮੰਨਿਆ ਵੀ ਕਹਿੰਦੇ ਵੀ ਇਨਫਲੇਸ਼ਨ ਨੂੰ ਘਟਾਉਣ ਦੇ ਲਈ, ਡਿਮਾਂਡ ਨੂੰ ਜਿਹੜਾ ਆ ਉਹ ਘਟਾਉਣ ਦੇ ਲਈ ਤੇ ਇਹ ਸਾਰੀਆਂ ਚੀਜ਼ਾਂ ਨੂੰ ਘਟਾਉਣ ਦੇ ਲਈ ਕਹਿੰਦੇ ਦੁੱਖ ਪੇਨ ਐਸੋਸੀਏਟ ਹੋਊਗੀ। ਸੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਲੇਬਰ ਮਾਰਕੀਟ ਇਜ਼ ਡੂਇੰਗ ਓਕੇ, ਵੀ ਉਹ ਠੀਕ ਜਿਹੜੀ ਉਹ ਚੱਲ ਰਹੀ ਆ। ਮਿਨੀਮਮ ਵੇਜ ਵਾਲੀਆਂ ਜੌਬਸ ਅਜੇ ਵੀ ਅਵੇਲੇਬਲ ਆ ਪਰ ਆਪਾਂ ਪਿਛਲੇ ਕਈ ਦਿਨਾਂ ਤੋਂ ਦੱਸ ਰਹੇ ਹਾਂ ਵੀ ਵੱਡੀਆਂ ਕੰਪਨੀਜ਼ ਆ ਟੈਕ ਕੰਪਨੀਜ਼ ਦੇ ਵਿੱਚੋਂ ਵੀ ਕਈ ਲੇ-ਆਫਸ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ। ਸੋ ਕੰਜ਼ਿਊਮਰ ਸਪੈਂਡਿੰਗ ਹਾਲ ਦੀ ਘੜੀ ਅਪ ਚੱਲ ਰਹੀ ਆ। ਸੋ ਉਹਦੇ ਨਾਲ ਕਹਿ ਸਕਦੇ ਹਾਂ ਵੀ ਇਹ ਜਿਹੜਾ ਰਿਸੈਸ਼ਨ ਦੇ ਵਿੱਚ ਜਾਣ ਵਾਲਾ ਖਤਰਾ ਆ, ਖਦਸ਼ਾ ਆ, ਉਹ ਹਾਲ ਦੀ ਘੜੀ ਜਿਹੜਾ ਉਹ ਟਲਿਆ ਹੈਗਾ ਆ। ਪਰ ਜਿੰਨੇ ਵੀ ਵੱਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਮਾਹਰ ਨੇ, CEOs ਨੇ ਜਾਂ ਅਰਥ ਸ਼ਾਸਤਰੀ ਨੇ, ਆਰਥਿਕ ਮਾਹਰ ਨੇ,
ਉਹ ਰਿਸੈਸ਼ਨ ਵੱਲ ਨੂੰ ਇਸ਼ਾਰਾ ਜਿਹੜਾ ਆ ਉਹ ਕਰ ਰਹੇ ਆ। ਆਪਾਂ ਤਾਂ ਇਹੀ ਉਮੀਦ ਕਰਦੇ ਹਾਂ ਵੀ ਭਾਈ ਜੇ ਆਇਆ ਵੀ ਤਾਂ ਜ਼ਿਆਦਾ ਝਟਕੇ ਵਾਲਾ ਜਿਹੜਾ ਉਹ ਨਾ ਹੋਵੇ, ਕਿਉਂਕਿ ਲੋਕਾਂ ਦੀ ਮਿਹਨਤ ਦੀ ਕਮਾਈ, ਸਾਲਾਂ ਬੱਧੀਆਂ ਦੀ ਜਿਹੜੀ ਕਮਾਈ ਆ, ਉਹ ਮਿੰਟਾਂ ਦੇ ਵਿੱਚ, ਥੋੜ੍ਹੇ ਹੀ ਸਮਿਆਂ ਦੇ ਵਿੱਚ ਜਿਹੜੀ ਉਹ ਪਾਣੀ ਉਸ ਜੀ ਦੇ ਉੱਤੇ ਫਿਰ ਜਾਂਦਾ ਹੈ।